गुड डे स्टूडेंट्स। अपना जिहड़ा नैक्सट टॉपिक है वो हैगा लाज ऑफ कैमिकल कॉम्बीनेशन। कैमिकल कॉम्बीनेशन की चीज़ हुंदी है, मतलब कोई भी दो एलीमेंट्स ਆਪਾਂ ਕੱਲ ਪਹਿਲਾਂ ਕਰ ਚੁੱਕੇ ਹਾਂ ਵੀ ਐਲੀਮੈਂਟਸ ਕੀ ਚੀਜ਼ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਹੋਰ ਛੋਟੇ ਭਾਗਾਂ ਦੇ ਵਿੱਚ ਨਹੀਂ ਤੋੜ ਸਕਦੇ। ਠੀਕ ਹੈ, ਜਿਵੇਂ ਆਪਣੇ ਕਾਰਬਨ ਹੋ ਗਿਆ, ਨਾਈਟ੍ਰੋਜਨ ਹੋ ਗਿਆ, ਆਕਸੀਜਨ ਹੋ ਗਿਆ, ਜਿਹੜੇ ਐਲੀਮੈਂਟਲ ਫਾਰਮ ਦੇ ਵਿੱਚ ਆਪਾਂ ਨੂੰ ਮਿਲਦੇ ਨੇ। ਤਾਂ ਇਹ ਐਲੀਮੈਂਟਸ ਆਪਸ ਦੇ ਵਿੱਚ ਜਦੋਂ ਕੰਬਾਈਨ ਕਰਦੇ ਆ, ਕੰਪਾਊਂਡ ਬਣਾਉਂਦੇ ਨੇ, ਠੀਕ ਹੈ, ਤਾਂ ਉਹਨਾਂ ਦੇ ਉੱਤੇ ਕਿਹੜੇ ਕਿਹੜੇ ਲੌਜ਼ ਵਰਕ ਕਰਦੇ ਆ। ਠੀਕ ਹੈ, ਜਿਵੇਂ ਆਪਣੇ ਕੋਲੇ ਕਾਰਬਨ ਤੇ ਆਕਸੀਜਨ ਨੇ, ਇਹ ਦੋਨੇ ਆਪਸ ਦੇ ਵਿੱਚ ਮਿਲ ਕੇ ਕਾਰਬਨ ਡਾਈਆਕਸਾਈਡ ਬਣਾ ਰਹੇ ਆ। ਤਾਂ ਕਾਰਬਨ ਵੀ ਐਲੀਮੈਂਟ ਹੈ, ਆਕਸੀਜਨ ਵੀ ਐਲੀਮੈਂਟ ਹੈ, ਇਹ ਦੋਨੇ ਆਪਸ 'ਚ ਮਿਲ ਕੇ ਕਾਰਬਨ ਡਾਈਆਕਸਾਈਡ ਬਣਾ ਰਹੇ ਨੇ। ਇਹ ਇੱਕ ਕੰਪਾਊਂਡ, ਠੀਕ ਹੈ। ਤਾਂ ਇਹ ਜਿਹੜਾ ਕੰਪਾਊਂਡ ਬਣਿਆ, ਕੈਮੀਕਲੀ ਬਣਿਆ ਹੈਗਾ ਇਹ, ਤਾਂ ਇਹਦੇ ਵਾਸਤੇ ਕੀ ਕੀ ਲੌਜ਼ ਲੱਗੇ ਹੋਏ ਨੇ। ਠੀਕ ਹੈ, ਇਹਨਾਂ ਲੌਜ਼ ਦੇ ਬਾਰੇ ਆਪਾਂ ਪੜ੍ਹਾਂਗੇ। ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਲਾਅ ਹੈ ਉਹ ਹੈਗਾ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਹਾਂਜੀ, ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਸਭ ਤੋਂ ਪਹਿਲਾਂ ਤਾਂ ਇਹਦੀ ਡੈਫੀਨੇਸ਼ਨ ਕੀ ਹੈ। ਜਿਹੜਾ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਹੈ, ਇਹਦੇ ਅਕੋਰਡਿੰਗ ਜਦੋਂ ਦੋ ਜਿਹੜੇ ਹੈਗੇ ਆ ਐਲੀਮੈਂਟਸ ਨੇ ਉਹ ਆਪਸ ਦੇ ਵਿੱਚ ਕੰਬਾਈਨ ਕਰਦੇ ਨੇ, ਠੀਕ ਹੈ, ਤਾਂ ਜਿਹੜਾ ਰਿਐਕਟੈਂਟਸ ਦਾ ਮਾਸ ਹੈ ਉਹ ਪ੍ਰੋਡਕਟਸ ਦੇ ਮਾਸ ਦੇ ਇਕੁਅਲ ਰਹਿੰਦਾ ਹੈਗਾ। ਠੀਕ ਹੈ, ਮਤਲਬ ਨਾ ਤਾਂ ਆਪਾਂ ਮੈਟਰ ਨੂੰ ਜਿਹੜਾ ਹੈਗਾ ਬਣਾ ਸਕਦੇ, ਨਾ ਹੀ ਆਪਾਂ ਮੈਟਰ ਨੂੰ ਡਿਸਟਰੋਏ ਕਰਦੇ ਹਾਂ। ਰਿਐਕਟੈਂਟ ਅਤੇ ਪ੍ਰੋਡਕਟਸ, ਇਹਨਾਂ ਦੋਨਾਂ ਦਾ ਮਾਸ ਜਿਹੜਾ ਹੈਗਾ ਉਹ ਹਮੇਸ਼ਾ ਇਕੁਅਲ ਰਹਿੰਦਾ ਹੈਗਾ। ਠੀਕ ਹੈ, ਉਹੀ ਪਹਿਲਾਂ ਵਾਲੀ ਐਗਜ਼ਾਮਪਲ ਆਪਾਂ ਲਿੱਤੀ ਹੈ ਕਾਰਬਨ ਪਲੱਸ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੇ ਵਿੱਚ। ਹੁਣ ਇਹਦੇ ਵਿੱਚ ਆਪਾਂ ਨੂੰ ਪਤਾ ਵੀ ਜਿਹੜਾ ਕਾਰਬਨ ਹੈ ਇਹਦਾ ਮਾਸ ਕਿੰਨਾ ਹੁੰਦਾ ਹੈਗਾ, 12 ਗ੍ਰਾਮ। ਠੀਕ ਹੈ, 12 ਗ੍ਰਾਮ ਆਪਾਂ ਕਾਰਬਨ ਲਈ ਹੈ। ਆਕਸੀਜਨ 16 ਹੁੰਦਾ ਹੈਗਾ, ਇਹਦਾ 16 ਹੁੰਦਾ, ਕਿਉਂਕਿ ਦੋ ਨੇ ਇਸ ਲਈ 16 ਦੂਣਾ 32 ਹੋ ਗਿਆ, ਤਾਂ 32 ਗ੍ਰਾਮ ਆਕਸੀਜਨ ਹੋ ਗਈ ਆਪਣੀ। ਠੀਕ ਹੈ, ਇਹਨਾਂ ਦੋਨਾਂ ਦਾ ਜੇ ਆਪਾਂ ਜੋੜ ਕਰਾਂਗੇ 12 ਅਤੇ 32 ਦਾ ਕਿੰਨਾ ਆ ਗਿਆ, 44 ਗ੍ਰਾਮ। ਇਹਦੇ ਤੋਂ ਬਣਿਆ ਕਾਰਬਨ ਡਾਈਆਕਸਾਈਡ। ਕਾਰਬਨ ਡਾਈਆਕਸਾਈਡ ਦੇ ਵਿੱਚ ਕੀ ਹੈ, ਕਾਰਬਨ ਹੈ, ਉਹਦਾ ਫਿਰ 12 ਆ ਗਿਆ। ਆਕਸੀਜਨ, ਕਿਉਂਕਿ ਦੋ ਨੇ ਇਹਦੇ ਵਿੱਚ ਆਕਸੀਜਨ ਦੇ ਮੋਲੀਕਿਊਲਸ, ਤਾਂ ਆਪਣੇ ਕੋਲੇ ਕੀ ਹੋ ਗਿਆ ਫਿਰ, ਇਹ 32 ਹੋ ਗਿਆ, ਪਲੱਸ ਦੋਨਾਂ ਨੂੰ ਐਡ ਕੀਤਾ ਜਦੋਂ 44 ਗ੍ਰਾਮ। ਤਾਂ ਰਿਐਕਟੈਂਟਸ ਦਾ ਵੀ ਕਿੰਨਾ ਆ ਗਿਆ ਮਾਸ, 44 ਗ੍ਰਾਮ। ਪ੍ਰੋਡਕਟਸ ਦਾ ਵੀ ਕਿੰਨਾ ਆ ਗਿਆ, 44। ਤਾਂ ਰਿਐਕਟੈਂਟਸ ਅਤੇ ਪ੍ਰੋਡਕਟਸ ਦੋਨਾਂ ਦਾ ਮਾਸ ਜਿਹੜਾ ਹੈਗਾ ਉਹ ਹਮੇਸ਼ਾ ਇਕੁਅਲ ਰਹਿੰਦਾ। ਇਹ ਤੁਹਾਡਾ ਪਹਿਲਾ ਲਾਅ ਹੈ, ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਇਹਦੀ ਡੈਫੀਨੇਸ਼ਨ ਵੀ ਇਸੇ ਤਰ੍ਹਾਂ ਹੀ ਲਿਖੀ ਹੋਈ ਹੈ। ਅਕੋਰਡਿੰਗ ਟੂ ਦਿਸ ਲਾਅ, during any physical or chemical change, the total mass of products ਦਾ total mass is equal to the total mass of reactants ਦੇ total mass ਦੇ equal ਹੁੰਦਾ ਹੈਗਾ। ਠੀਕ ਹੈ, ਜਾਂ matter is neither created nor destroyed during any physical or chemical change। ਮੈਟਰ ਨੂੰ ਨਾ ਤਾਂ ਆਪਾਂ ਜਿਹੜਾ ਹੈਗਾ ਬਣਾ ਸਕਦੇ, ਨਾ ਹੀ ਆਪਾਂ ਨੂੰ ਡਿਸਟਰੋਏ ਕਰ ਸਕਦੇ ਹਾਂ, ਸਿਰਫ ਤੁਸੀਂ ਇੱਕ ਫਾਰਮ ਤੋਂ ਦੂਸਰੀ ਫਾਰਮ ਦੇ ਵਿੱਚ ਉਹਨੂੰ ਕਨਵਰਟ ਕਰਦੇ ਹੋ। ਠੀਕ ਹੈ ਜੀ, ਇਹ ਸੀਗਾ ਆਪਣਾ ਪਹਿਲਾ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਦੂਸਰਾ ਆਪਣਾ ਜਿਹੜਾ ਲਾਅ ਹੈ ਉਹ ਹੈਗਾ ਲਾਅ ਆਫ ਕਾਂਸਟੈਂਟ ਕੰਪੋਜੀਸ਼ਨ। ਕਾਂਸਟੈਂਟ ਕੰਪੋਜੀਸ਼ਨ ਦਾ ਕੀ ਮਤਲਬ ਹੈ ਵੀ ਜਿਹੜੀ ਆਪਣੀ ਕੋਈ ਵੀ ਕੰਪਾਊਂਡ ਬਣਦਾ ਹੈਗਾ, ਜਿਵੇਂ ਮੰਨ ਲਓ ਕਾਰਬਨ ਡਾਈਆਕਸਾਈਡ ਹੀ ਹੈ, ਤਾਂ ਇਹਦੇ ਵਿੱਚ ਜਿਹੜਾ ਕਾਰਬਨ ਹੈ ਇਹਦਾ ਜਿਹੜਾ ਫਾਰਮੂਲਾ CO2 ਹੈ। ਠੀਕ ਹੈ, ਕਾਰਬਨ ਇਹਦੇ ਵਿੱਚ ਜੇ ਆਪਾਂ ਬਾਈ ਵੇਟ ਲਈਏ, ਕਾਰਬਨ ਦਾ 12 ਆ ਗਿਆ, ਅਤੇ ਆਕਸੀਜਨ ਬਾਈ ਵੇਟ 16 ਦੂਣਾ 32 ਆ ਗਿਆ। ਠੀਕ ਹੈ, ਤਾਂ 12:32 ਹੋ ਗਈ ਇਹਦੀ ਰੇਸ਼ੋ। ਇਹਨੂੰ ਆਪਾਂ ਜੇ ਆਪਾਂ ਕੱਟ ਕਰਦੇ ਹਾਂ 4 ਦੇ ਟੇਬਲ 'ਤੇ ਕੱਟ ਹੋ ਜਾਂਦਾ ਹੈਗਾ 3:8, ਯਾਨੀ ਕਿ ਇਹਦੀ ਰੇਸ਼ੋ ਕੀ ਆ ਗਈ, 3:8। ਤਾਂ ਹਮੇਸ਼ਾ ਜਿਹੜੀ ਕਾਰਬਨ ਡਾਈਆਕਸਾਈਡ ਦੇ ਵਿੱਚ ਕਾਰਬਨ ਅਤੇ ਆਕਸੀਜਨ ਦੀ ਬਾਈ ਵੇਟ ਰੇਸ਼ੋ ਹੋਊਗੀ ਉਹ ਹਮੇਸ਼ਾ 3:8 ਹੋਊਗੀ। ਭਾਵੇਂ ਤੁਸੀਂ ਕਾਰਬਨ ਡਾਈਆਕਸਾਈਡ ਕਿਤੋਂ ਵੀ ਪ੍ਰਾਪਤ ਕਰ ਰਹੇ ਹੋ, ਬਰਨਿੰਗ ਤੋਂ ਮਿਲ ਰਹੀ ਆ ਆਪਾਂ ਨੂੰ, ਰੈਸਪੀਰੇਸ਼ਨ ਤੋਂ ਮਿਲ ਰਹੀ ਹੈ, ਭਾਵੇਂ ਵਹੀਕਲਸ ਦੇ ਵਿੱਚੋਂ ਨਿਕਲ ਰਹੀ ਆ, ਕੋਲ ਨੂੰ ਜਲਾ ਕੇ ਤੁਹਾਨੂੰ ਮਿਲ ਰਹੀ ਹੈ, ਕਿਤੋਂ ਵੀ ਮਿਲੀ ਹੈ ਕਾਰਬਨ ਡਾਈਆਕਸਾਈਡ, ਹਮੇਸ਼ਾ ਜਿਹੜੀ ਕਾਰਬਨ ਡਾਈਆਕਸਾਈਡ ਹੋਊਗੀ ਉਹਦੇ ਵਿੱਚ ਕਾਰਬਨ ਅਤੇ ਆਕਸੀਜਨ ਦੀ ਬਾਈ ਵੇਟ ਰੇਸ਼ੋ ਕਿੰਨੀ ਹੋਊਗੀ, 3:8। ਠੀਕ ਹੈ, ਇਹਨੂੰ ਆਪਾਂ ਕਹਿੰਦੇ ਹਾਂ ਲਾਅ ਆਫ ਕਾਂਸਟੈਂਟ ਕੰਪੋਜੀਸ਼ਨ। ਇਹਦੀ ਡੈਫੀਨੇਸ਼ਨ ਵੀ ਇਸੇ ਤਰ੍ਹਾਂ ਹੀ ਆਪਾਂ ਲਿਖੀ ਹੋਈ ਆ। ਕੈਮੀਕਲ ਕੰਪਾਊਂਡ ਆਲਵੇਜ਼ ਕੰਟੇਨ ਸੇਮ ਐਲੀਮੈਂਟ combined in same definite proportion by weight। same carbon same oxygen ਹਮੇਸ਼ਾ ਇਹੀ ਦੋਨੋਂ ਹੋਣਗੇ, ਅਤੇ ਇਹਨਾਂ ਦੀ ਕੰਪੋਜੀਸ਼ਨ ਬਾਈ ਵੇਟ ਹਮੇਸ਼ਾ ਕੌਨਸਟੈਂਟ ਹੀ ਰਹੇਗੀ, 3:8 ਹੀ ਰਹੇਗੀ। ਠੀਕ ਹੈ ਜੀ, ਭਾਵੇਂ ਤੁਸੀਂ ਕਿਤੋਂ ਵੀ ਪ੍ਰਾਪਤ ਕਰ ਰਹੇ ਹੋ। ਇਹ ਸੀਗਾ ਤੁਹਾਡਾ ਸੈਕਿੰਡ ਲਾਅ।
ਅਗਲਾ ਜਿਹੜਾ ਆਪਣਾ ਲਾਅ ਹੈ ਉਹ ਹੈਗਾ ਲਾਅ ਆਫ ਮਲਟੀਪਲ ਪ੍ਰਪੋਰਸ਼ਨ। ਹੁਣ ਇਹਦੀ ਪਹਿਲਾਂ ਤਾਂ ਡੈਫੀਨੇਸ਼ਨ ਦੇਖੋ ਕੀ ਆ। ਇਹਦੇ ਵਿੱਚ ਕਹਿੰਦੇ ਆ ਵੈਨ ਟੂ ਐਲੀਮੈਂਟਸ ਕੰਬਾਈਨ ਟੂ ਫਾਰਮ ਟੂ ਔਰ ਮੋਰ ਦੈਨ ਟੂ ਕੰਪਾਊਂਡਸ। ਦੋ ਐਲੀਮੈਂਟਸ ਲਿੱਤੇ ਆਪਾਂ, ਉਹ ਦੋਨੇ ਆਪਸ 'ਚ ਮਿਲ ਕੇ ਦੋ ਜਾਂ ਜ਼ਿਆਦਾ ਜਿਹੜੇ ਹੈਗੇ ਆ ਉਹ ਕੰਪਾਊਂਡ ਬਣਾ ਰਹੇ ਨੇ, ਠੀਕ ਹੈ। ਦ ਵੇਟ ਆਫ ਵਨ ਆਫ ਦ ਐਲੀਮੈਂਟ ਵਿਚ ਕੰਬਾਈਨ ਵਿਦ ਅ ਫਿਕਸਡ ਵੇਟ। ਜੇ ਆਪਾਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਵੇਟ ਫਿਕਸ ਕਰ ਦਈਏ, ਠੀਕ ਹੈ, ਤਾਂ ਜਿਹੜਾ ਦੂਸਰਾ ਹੋਊਗਾ ਉਹ ਇੱਕ ਸਿੰਪਲ ਰੇਸ਼ੋ ਦੇ ਵਿੱਚ ਹੋਊਗਾ, ਠੀਕ ਹੈ ਜੀ। ਧਿਆਨ ਨਾਲ ਦੁਬਾਰਾ ਫੇਰ ਸੁਣੋ। ਵੈਨ ਟੂ ਐਲੀਮੈਂਟਸ ਕੰਬਾਈਨ ਟੂ ਫਾਰਮ ਟੂ ਔਰ ਮੋਰ ਦੈਨ ਟੂ ਕੰਪਾਊਂਡਸ, ਦ ਵੇਟ ਆਫ ਵਨ ਆਫ ਦ ਐਲੀਮੈਂਟ ਵਿਚ ਕੰਬਾਈਨ ਵਿਦ ਅ ਫਿਕਸਡ ਵੇਟ ਆਫ ਅਦਰ ਬੀਅਰਸ ਅ ਸਿੰਪਲ ਹੋਲ ਨੰਬਰ ਰੇਸ਼ੋ। ਮਤਲਬ ਦੋ ਤੁਸੀਂ ਐਲੀਮੈਂਟ ਲੈ ਲਏ, ਆਪਾਂ ਐਗਜ਼ਾਮਪਲ ਲਈ ਹੈ ਨਾਈਟ੍ਰੋਜਨ ਤੇ ਆਕਸੀਜਨ ਦੀ, ਠੀਕ ਹੈ। ਦੋ ਐਲੀਮੈਂਟਸ ਆਪਾਂ ਲੈ ਲਏ, ਨਾਈਟ੍ਰੋਜਨ ਤੇ ਆਕਸੀਜਨ, N ਤੇ O। ਇਹਨਾਂ ਦੋਨਾਂ ਨੇ ਆਹ ਕੰਪਾਊਂਡ ਬਣਾਤੇ, ਨਾਈਟ੍ਰੋਜਨ ਡਾਈਆਕਸਾਈਡ, ਨਾਈਟਰਸ ਆਕਸਾਈਡ ਹੋ ਗਿਆ, ਠੀਕ ਹੈ। ਆਪਣੇ ਕੋਲੇ N2O2 ਹੋ ਗਿਆ, NO2 ਹੋ ਗਿਆ ਤੇ N2O5 ਨਾਈਟ੍ਰੋਜਨ ਪੈਂਟਾਆਕਸਾਈਡ। ਇਹ ਸਾਰੇ ਜਿਹੜੇ ਹੈਗੇ ਆਪਣੇ ਕੋਲੇ ਨਾਈਟ੍ਰੋਜਨ ਦੇ ਕੰਪਾਊਂਡਸ ਬਣ ਗਏ, ਠੀਕ ਹੈ। ਦੋ ਐਲੀਮੈਂਟਸ ਲਏ, ਦੋਨਾਂ ਨੇ ਗਾਂ 5 ਕੰਪਾਊਂਡਸ ਬਣਾਤੇ, ਠੀਕ ਹੈ। 2 ਔਰ ਮੋਰ ਕੰਪਾਊਂਡਸ ਜਿੰਨੇ ਮਰਜ਼ੀ ਹੋ ਸਕਦੇ ਆ। ਹੁਣ ਇਹਦੇ ਵਿੱਚ ਪਹਿਲਾਂ ਆਪਾਂ ਦੋਨਾਂ ਦੇ ਵੇਟ ਲਿਖ ਲਈਏ। ਨਾਈਟ੍ਰੋਜਨ ਆਪਾਂ ਨੂੰ ਪਤਾ ਹੈਗਾ ਇਹਦਾ ਕਿੰਨਾ ਹੁੰਦਾ ਹੈਗਾ ਵੇਟ, 14 ਹੁੰਦਾ ਹੈਗਾ। ਹੁਣ ਇੱਥੇ 2 ਸੀਗੇ ਤਾਂ 14 ਦੂਣਾ 28 ਹੋ ਗਿਆ, ਠੀਕ ਹੈ। ਇੱਥੇ ਨਾਈਟ੍ਰੋਜਨ ਇਕੱਲਾ ਹੀ ਹੈ ਤਾਂ 14, ਇੱਥੇ ਫਿਰ N2 ਹੈ 28 ਹੋ ਗਿਆ, N ਇਕੱਲਾ ਹੈਗਾ 14, N2 ਹੈ ਫਿਰ ਕਿੰਨਾ ਹੋ ਗਿਆ ਇੱਥੇ 28, ਠੀਕ ਹੈ। ਇਸੇ ਤਰ੍ਹਾਂ ਹੁਣ ਆਕਸੀਜਨ ਹੈ, ਆਕਸੀਜਨ ਦਾ 16 ਹੁੰਦਾ ਹੈਗਾ ਮੋਲੀਕੂਲਰ ਵੇਟ ਜਿਹੜਾ ਹੈਗਾ ਆਪਣੇ ਕੋਲੇ, ਆਕਸੀਜਨ 16 ਹੁੰਦਾ ਤਾਂ ਇੱਥੇ ਆਕਸੀਜਨ 1 ਹੈ ਤਾਂ 16, ਇੱਥੇ ਵੀ 1 ਹੈ 16, ਇੱਥੇ ਕਿੰਨੀ ਹੈ 2, 16 ਦੂਣਾ ਕਿੰਨਾ ਆਊਗਾ ਇੱਥੇ 32 ਆਊਗਾ, ਠੀਕ ਹੈ। ਤੇ ਆਪਣੇ ਕੋਲੇ ਸੌਰੀ ਇੱਥੇ N2O3 ਸੀਗਾ ਤਾਂ ਇੱਥੇ 48 ਆਊਗਾ, ਠੀਕ ਹੈ। ਉਸ ਤੋਂ ਬਾਅਦ ਫਿਰ ਇੱਥੇ ਆਪਣੇ ਕੋਲੇ 2 ਆ ਗਿਆ, 32 ਆ ਗਿਆ। ਇੱਥੇ ਆਪਣੇ ਕੋਲੇ 5 ਹੈ ਤਾਂ ਆਪਣੇ ਕੋਲੇ 5 ਨੂੰ ਜਦੋਂ ਮਲਟੀਪਲਾਈ ਕੀਤਾ ਆਪਾਂ 16 ਨਾਲ ਆਪਣੇ ਕੋਲੇ 18 ਆ ਗਿਆ, 80 ਆ ਗਿਆ, ਠੀਕ ਹੈ। ਤਾਂ ਪਹਿਲਾਂ ਆਪਾਂ ਨਾਈਟ੍ਰੋਜਨ ਤੇ ਆਕਸੀਜਨ ਦੇ ਵੇਟ ਲਿਖ ਲਏ, ਠੀਕ ਹੈ ਜੀ। ਹੁਣ ਉਹਨਾਂ ਨੇ ਕਿਹਾ ਸੀਗਾ ਦੋਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਫਿਕਸ ਕਰ ਲਓ। ਇਹਦੇ ਵਿੱਚ ਨਾਈਟ੍ਰੋਜਨ ਵਾਲੇ ਦੇ ਵਿੱਚ ਮਿਨੀਮਮ ਕਿੰਨੀ ਹੈ ਵੈਲਿਊ, 14 ਹੈ, ਠੀਕ ਹੈ। ਤਾਂ ਆਪਾਂ ਇਹਨੂੰ 14 ਤੇ ਫਿਕਸ ਕਰ ਲਿਆ। ਨਾਈਟ੍ਰੋਜਨ ਦੀ ਤੁਸੀਂ 14 ਰੱਖ ਲਈ, ਠੀਕ ਹੈ ਜੀ। ਹੁਣ ਜੇ ਨਾਈਟ੍ਰੋਜਨ ਦੀ 14 ਹੈ, ਪਹਿਲੇ ਦੇ ਵਿੱਚ ਦੇਖੋ 28 ਤੋਂ ਆਪਾਂ 14 ਕੀਤਾ, ਅੱਧਾ ਕੀਤਾ ਯਾਨੀ ਕਿ, ਠੀਕ ਹੈ। 28 ਤੋਂ 14 ਕੀਤਾ ਸੀਗਾ, ਅੱਧਾ ਕਰਤਾ ਤਾਂ ਆਪਣੇ ਕੋਲੇ ਫਿਰ 16 ਦਾ ਵੀ ਅੱਧਾ ਕਰਨਾ ਪਊਗਾ ਆਪਾਂ ਨੂੰ। ਜੇ ਇਹਨੂੰ 14 ਬਣਾਉਣਾ ਤਾਂ ਇਹਨੂੰ ਵੀ ਅੱਧਾ ਕਰਨਾ ਪਊ। ਇਹ ਕਿੰਨਾ ਬਣ ਗਿਆ ਆਪਣੇ ਕੋਲੇ 8। ਆ ਤਾਂ ਪਹਿਲਾਂ ਹੀ 14 ਸੀਗਾ ਇਸ ਲਈ ਇਹ ਉਵੇਂ ਹੀ ਰਹਿ ਗਏ। ਇਹਨੂੰ ਫਿਰ 14 ਬਣਾਉਣਾ ਤੁਸੀਂ ਯਾਨੀ ਕਿ ਅੱਧਾ ਕਰਨਾ ਇਹਨੂੰ, ਆਪਣੀ ਕੋਲੇ 48 ਵੀ ਅੱਧਾ ਹੋ ਜਾਊਗਾ। 14 ਉਵੇਂ ਰਹਿ ਗਿਆ, ਇਹਦਾ ਅੱਧਾ ਕਿੰਨਾ ਆ ਗਿਆ 24, ਠੀਕ ਹੈ। ਇੱਥੇ ਫਿਰ 14 ਹੈ, 32 ਉਵੇਂ ਹੀ ਰਹਿ ਗਿਆ, 14 ਤੇ 32, ਇੱਥੇ 28 ਆ। ਫਿਰ ਇਹਨੂੰ ਫਿਰ ਆਪਾਂ ਅੱਧਾ ਕਰਨਾ, ਇਹਨੂੰ ਅੱਧਾ ਕਰਕੇ ਕਿੰਨਾ ਆ ਗਿਆ 14, 80 ਨੂੰ ਅੱਧਾ ਕਰਕੇ ਕਿੰਨਾ ਆ ਗਿਆ ਤੁਹਾਡਾ 40। ਤਾਂ ਇਹਨਾਂ ਸਾਰਿਆਂ ਨੂੰ ਜੇ ਆਪਾਂ ਰੇਸ਼ੋ ਦੇ ਵਿੱਚ ਲਿਖ ਲਈਏ 8:16, 24, 32, 40, ਠੀਕ ਹੈ। ਇਹਨਾਂ ਨੂੰ ਸਿੰਪਲ ਰੇਸ਼ੋ ਦੇ ਵਿੱਚ ਕਨਵਰਟ ਕਰ ਲਓ, 8 ਦੇ ਟੇਬਲ 'ਤੇ ਜਾਂਦੇ ਆ ਸਾਰੇ, 1:2:3:4:5। ਇਹੀ ਆਪਣਾ ਜਿਹੜਾ ਹੈਗਾ ਲਾਅ ਸੀਗਾ ਵੀ ਜੇ ਦੋਨਾਂ ਦੇ ਵਿੱਚੋਂ ਤੁਸੀਂ ਇੱਕ ਦੀ ਵੈਲਿਊ ਫਿਕਸ ਕਰ ਦਿੰਦੇ ਹੋ, ਇੱਕ ਦਾ ਜਿਹੜਾ ਵੇਟ ਹੈ ਉਹਨੂੰ ਫਿਕਸ ਕਰ ਦਿੰਦੇ ਹੋ, ਤਾਂ ਦੂਸਰੇ ਦਾ ਜਿਹੜਾ ਵੇਟ ਹੋਊਗਾ ਉਹ ਸਿੰਪਲ ਹੋਲ ਨੰਬਰ ਰੇਸ਼ੋ ਦੇ ਵਿੱਚ ਆ ਜਾਂਦਾ, ਠੀਕ ਹੈ। ਦੂਸਰੇ ਦਾ ਵੇਟ ਰੇਸ਼ੋ ਦੇ ਵਿੱਚ ਆ ਜਾਂਦਾ, ਸਿੰਪਲ ਹੋਲ ਨੰਬਰ ਰੇਸ਼ੋ ਦੇ ਵਿੱਚ ਆ ਜਾਂਦਾ। ਇਹ ਸੀਗਾ ਤੁਹਾਡਾ ਥਰਡ ਲਾਅ ਆਫ ਮਲਟੀਪਲ ਪ੍ਰਪੋਰਸ਼ਨ। ਅਗਲਾ ਆਪਣਾ ਜਿਹੜਾ ਲਾਅ ਹੈ ਉਹ ਹੈਗਾ ਲਾਅ ਆਫ ਰੈਸੀਪ੍ਰੋਕਲ ਪ੍ਰਪੋਰਸ਼ਨ, ਠੀਕ ਹੈ। ਇਹਦੇ ਵਿੱਚ ਕੀ ਹੈ, ਪਹਿਲਾਂ ਤਾਂ ਇਹਦੀ ਡੈਫੀਨੇਸ਼ਨ ਦੇਖੋ ਲਾਅ ਆਫ ਰੈਸੀਪ੍ਰੋਕਲ ਪ੍ਰਪੋਰਸ਼ਨ ਦੀ। ਇਹਦੇ ਵਿੱਚ ਆਪਣੇ ਕੋਲੇ ਕੀ ਆ ਜਾਂਦਾ ਹੈਗਾ, ਇਹਦੇ ਵਿੱਚ ਕਹਿੰਦੇ ਵੈਨ 2 ਡਿਫਰੈਂਟ ਐਲੀਮੈਂਟਸ ਕੰਬਾਈਨ ਵਿਦ ਸੇਮ ਵੇਟ ਆਫ ਅ ਥਰਡ ਐਲੀਮੈਂਟ। ਹੁਣ ਇਹਦੇ ਪਹਿਲਾਂ ਇਸ ਤੋਂ ਪਹਿਲਾਂ ਵਾਲੇ ਲਾਅ ਦੇ ਵਿੱਚ ਆਪਾਂ 2 ਲਏ ਸੀ ਐਲੀਮੈਂਟਸ, ਇਹਦੇ ਵਿੱਚ ਐਲੀਮੈਂਟਸ ਜਿਹੜੇ ਹੈਗੇ ਨੇ ਉਹ ਹੁਣ 2 ਹੀ ਹੈ, ਪਰ ਜਿਹੜੇ ਕੰਪਾਊਂਡਸ ਨੇ ਸੌਰੀ 3 ਐਲੀਮੈਂਟਸ ਨੇ ਤੇ ਉਹਦੇ ਵਿੱਚ ਡਿਫਰੈਂਟ ਕੰਪਾਊਂਡਸ ਬਣ ਰਹੇ ਨੇ, ਠੀਕ ਹੈ। ਜਿਵੇਂ ਆਪਾਂ ਐਗਜ਼ਾਮਪਲ ਲਿਖੀ ਹੋਈ ਤੁਹਾਡੇ ਸਾਹਮਣੇ, ਹਾਈਡਰੋਜਨ, ਸਲਫਰ ਤੇ ਆਕਸੀਜਨ 3 ਐਲੀਮੈਂਟ ਲਏ ਆਪਾਂ, ਠੀਕ ਹੈ। ਤਾਂ ਤਿੰਨੇ ਜਿਹੜੇ ਮਿਲ ਕੇ ਆਪਸ ਦੇ ਵਿੱਚ H2S, H2O ਤੇ SO2 ਇਹ ਜਿਹੜੇ ਹੈਗੇ
ਕੰਪਾਊਂਡਸ ਬਣਾ ਰਹੇ ਨੇ ਅਲੱਗ-ਅਲੱਗ। ਠੀਕ ਹੈ ਜੀ। ਇਸ ਕੰਪਾਊਂਡਸ ਆਪਣੇ ਬਣ ਗਏ ਇਹ। ਕਹਿੰਦੇ ਵੈਨ ਟੂ ਡਿਫਰੈਂਟ ਐਲੀਮੈਂਟਸ ਕੰਬਾਈਨ ਵਿਦ ਸੇਮ ਵੇਟ ਆਫ ਥਰਡ ਐਲੀਮੈਂਟ ਦਾ ਜੇ ਵੇਟ ਆਪਾਂ ਸੇਮ ਲੈ ਲਈਏ ਤਾਂ the ratio in which they do will be same or some simple multiple of the ratio in which they combine with each other। ਮਤਲਬ ਰੇਸ਼ੋ ਉਹੀ, ਫਿਰ ਉਹੀ ਗੱਲ ਆ ਗਈ ਵੀ ਜੇ ਆਪਸ ਦੇ ਵਿੱਚ ਇਸ ਤਰ੍ਹਾਂ ਕਰਕੇ ਕੰਬਾਈਨ ਕਰਦੇ ਆ ਤਾਂ ਉਹਨਾਂ ਦੀ ਜਿਹੜੀ ਹੈਗੀ ਆ ਵੇਟਸ ਦੀ ਰੇਸ਼ੋ ਹੋਊਗੀ ਉਹ ਸਿੰਪਲ ਰੇਸ਼ੋ ਹੋਊਗੀ। ਠੀਕ ਹੈ ਜੀ। ਤਾਂ ਇਹਦੇ ਵਿੱਚ ਹੁਣ ਆਪਾਂ ਜਿਹੜੇ ਹੈਗੇ 3 ਐਲੀਮੈਂਟਸ ਲੈ ਲਏ, ਹਾਈਡਰੋਜਨ, ਸਲਫਰ ਤੇ ਆਕਸੀਜਨ, ਤਿੰਨੇ ਕੰਬਾਈਨ ਕਰ ਰਹੇ ਆਪਸ ਦੇ ਵਿੱਚ। ਠੀਕ ਹੈ। ਹਾਈਡਰੋਜਨ ਸਲਫਾਈਡ ਬਣ ਰਿਹਾ H2S, ਪਾਣੀ ਬਣ ਰਿਹਾ H2O ਤੇ ਸਲਫਰ ਡਾਈਆਕਸਾਈਡ ਬਣ ਰਹੀ ਹੈ SO2। ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਪਾਣੀ ਦੀ ਗੱਲ ਕਰਦੇ ਹਾਂ H2O ਦੇ ਵਿੱਚ। ਹੁਣ H2 ਕਿਉਂਕਿ ਹਾਈਡਰੋਜਨ ਦਾ weight ਕਿੰਨਾ ਹੁੰਦਾ ਹੈਗਾ 1 ਗ੍ਰਾਮ। ਠੀਕ ਹੈ ਜੀ। ਤਾਂ ਇੱਥੇ 2 ਨੇ ਤਾਂ 2 ਗ੍ਰਾਮ ਹੋ ਗਿਆ। 2 ਗ੍ਰਾਮ ਆਫ ਹਾਈਡਰੋਜਨ। ਆਕਸੀਜਨ ਕਿੰਨੇ ਕੰਬਾਈਨ ਕੀਤੇ ਹੋਏ ਆ? 1 ਹੈ। 1 ਦਾ ਕਿੰਨਾ ਹੁੰਦਾ ਹੈਗਾ 16। ਠੀਕ ਹੈ। 2 ਗ੍ਰਾਮ ਆਫ ਹਾਈਡਰੋਜਨ ਕੰਬਾਈਨ ਵਿਦ 16 ਗ੍ਰਾਮ ਆਫ ਆਕਸੀਜਨ। ਤੇ ਜੇ 1 ਗ੍ਰਾਮ ਹੋਊਗੀ ਕਿਹਦੇ ਨਾਲ ਕੰਬਾਈਨ ਕਰੂਗੀ ਉਹ 8 ਦੇ ਨਾਲ। ਠੀਕ ਹੈ। ਇਹਦੇ ਵਿੱਚ ਬਟਾ 2 ਆ ਗਿਆ ਨਾ, ਕੱਟ ਕਰਕੇ ਕਿੰਨਾ ਆ ਗਿਆ ਤੁਹਾਡਾ 8। ਠੀਕ ਹੈ। 1 ਗ੍ਰਾਮ ਆਫ ਹਾਈਡਰੋਜਨ ਕੰਬਾਈਨ ਵਿਦ 8 ਗ੍ਰਾਮ। ਇਸੇ ਤਰ੍ਹਾਂ ਹਾਈਡਰੋਜਨ ਸਲਫਾਈਡ ਦੇ ਵਿੱਚ 2 ਗ੍ਰਾਮ ਹਾਈਡਰੋਜਨ ਕੰਬਾਈਨ ਵਿਦ ਸਲਫਰ ਦਾ ਕਿੰਨਾ ਹੁੰਦਾ 32 ਵਿਦ 32 ਗ੍ਰਾਮ ਆਫ ਸਲਫਰ। 1 ਗ੍ਰਾਮ ਕਾਹਦੇ ਹੋਊਗਾ 32 ਦੇ ਬਟਾ 2 ਹੋ ਜਾਊਗਾ, ਕੱਟ ਕਰਕੇ ਕਿੰਨਾ ਆ ਗਿਆ 16। ਤਾਂ 1 ਗ੍ਰਾਮ ਆਫ ਹਾਈਡਰੋਜਨ ਕੰਬਾਈਨਸ ਵਿਦ 16 ਗ੍ਰਾਮ। ਠੀਕ ਹੈ। ਹੁਣ ਇੱਧਰ ਹਾਈਡਰੋਜਨ ਤੇ ਹਾਈਡਰੋਜਨ ਸੀ, ਇੱਧਰ ਆਕਸੀਜਨ ਤੇ ਸਲਫਰ ਸੀਗਾ ਆਪਣੇ ਕੋਲ। ਯਾਨੀ ਕਿ ਸਲਫਰ ਤੇ ਆਕਸੀਜਨ ਦੀ ਕਿੰਨੀ ਰੇਸ਼ੋ ਆ ਗਈ? ਸਲਫਰ ਕਿੰਨਾ 16, ਆਕਸੀਜਨ ਕਿੰਨਾ 8। ਕਿੰਨੀ ਰੇਸ਼ੋ ਆ ਗਈ ਫਿਰ 16:8, 2:1। ਠੀਕ ਹੈ। ਤਾਂ ਸਲਫਰ ਤੇ ਆਕਸੀਜਨ ਇਹਨਾਂ ਦੋਨਾਂ ਦੇ ਵਿੱਚ 2:1 ਰੇਸ਼ੋ ਦੇ ਵਿੱਚ ਕੰਬਾਈਨ ਹੁੰਦੇ ਆ। ਸਲਫਰ ਡਾਈਆਕਸਾਈਡ ਦੇ ਵਿੱਚ ਸਲਫਰ 32, ਆਕਸੀਜਨ 16 ਦੂਣਾ 32, 32। ਠੀਕ ਹੈ। 32 ਗ੍ਰਾਮ ਆਫ ਸਲਫਰ ਕੰਬਾਈਨਸ ਵਿਦ 32 ਗ੍ਰਾਮ ਆਫ ਆਕਸੀਜਨ ਤੇ 1 ਗ੍ਰਾਮ ਇਹਦੇ ਬਟਾ 32 ਆ ਜਾਊਗਾ, 1 ਗ੍ਰਾਮ ਹੀ ਆ ਗਿਆ। 32 ਓਵਰ 32 ਕੈਂਸਲ ਕਰਕੇ ਕਿੰਨਾ ਆ ਗਿਆ 1 ਗ੍ਰਾਮ। ਠੀਕ ਹੈ। ਤੇ ਇਹਦੀ ਰੇਸ਼ੋ ਕਿੰਨੀ ਬਣ ਗਈ ਫਿਰ ਸਲਫਰ ਤੇ ਆਕਸੀਜਨ ਦੀ 1:1 ਬਣ ਗਈ। ਆ 2:1 ਹੈ, ਆ 1:1 ਹੈ। ਦੋਨੋਂ ਰੇਸ਼ੋਜ਼ ਨੂੰ ਜੇ ਆਪਾਂ ਆਮਨੇ ਸਾਹਮਣੇ ਰੱਖ ਕੇ ਦੇਖਦੇ ਹਾਂ, ਆ 1/1 ਹੈ, ਆ ਤੁਹਾਡੀ ਕਿੰਨੀ ਹੈ 2/1। ਠੀਕ ਹੈ। ਤਾਂ ਰੇਸ਼ੋ ਕਿੰਨੀ ਬਣਦੀ ਹੈ 2:1। ਸਿੰਪਲਰ ਹੋਲ ਨੰਬਰ ਰੇਸ਼ੋ। ਠੀਕ ਹੈ। ਮਤਲਬ ਸਿੰਪਲ ਹੋਲ ਨੰਬਰ ਰੇਸ਼ੋ ਬਣਦੀ ਆ ਸਲਫਰ ਤੇ ਆਕਸੀਜਨ ਦੀ ਜੇ ਉਹ ਕੰਬਾਈਨ ਕਰਦੇ ਆ ਆਪਸ ਦੇ ਵਿੱਚ। ਠੀਕ ਹੈ। ਤਾਂ ਇਹ ਸੀਗਾ ਤੁਹਾਡਾ ਲਾਅ ਆਫ ਰੈਸੀਪ੍ਰੋਕਲ ਪ੍ਰਪੋਰਸ਼ਨ। 5th ਤੇ ਲਾਸਟ ਲਾਅ ਆਪਣਾ ਹੈਗਾ ਗੇਲ-ਯੂਸੈਸ ਲਾਅ ਆਫ ਕੰਬਾਈਨਿੰਗ ਵੋਲੀਅਮਸ। ਇਹ ਜਿਹੜਾ ਲਾਅ ਹੈ ਗੈਸਿਸ ਦੇ ਲਈ ਦਿੱਤਾ ਗਿਆ ਹੈਗਾ। ਮਤਲਬ ਗੈਸਿਸ ਦੇ ਵਿੱਚ ਜੇ 2 ਗੈਸਿਸ ਆਪਸ 'ਚ ਕੰਬਾਈਨ ਕਰਦੀਆਂ ਨੇ ਤੇ ਥਰਡ ਗੈਸ ਜਿਹੜੀ ਮਿਲਦੀ ਹੈ ਯਾਨੀ ਕਿ ਉਹ ਰਿਐਕਟੈਂਟ ਹੋਊਗੀ, ਤਾਂ ਰਿਐਕਟੈਂਟਸ ਦੇ ਪ੍ਰੋਡਕਟਸ ਦੀਆਂ ਵੋਲੀਅਮਸ ਨੇ ਜਿਹੜੀਆਂ ਉਹ ਆਪਸ ਦੇ ਵਿੱਚ ਸਿੰਪਲ ਰੇਸ਼ੋ ਦੇ ਵਿੱਚ ਹੁੰਦੀਆਂ ਨੇ, ਹੋਲ ਨੰਬਰ ਰੇਸ਼ੋ ਦੇ ਵਿੱਚ ਹੁੰਦੀਆਂ ਨੇ। ਠੀਕ ਹੈ। ਜਿਵੇਂ ਐਗਜ਼ਾਮਪਲ ਤੁਹਾਡੇ ਸਾਹਮਣੇ ਲਿਖੀ ਹੋਈ ਆ, ਹਾਈਡਰੋਜਨ ਤੇ ਕਲੋਰੀਨ ਨੇ ਆਪਸ ਦੇ ਵਿੱਚ ਕੰਬਾਈਨ ਕਰਕੇ HCl ਗੈਸ ਦੇ ਰਹੀਆਂ ਨੇ। ਠੀਕ ਹੈ। ਤਾਂ ਹਾਈਡਰੋਜਨ ਦੀ ਵੋਲੀਅਮ ਕਿਉਂਕਿ ਹਾਈਡਰੋਜਨ ਦੇ ਅੱਗੇ ਕੁਝ ਨਹੀਂ ਹੈਗਾ, ਦੈਟ ਮੀਨਸ ਹਾਈਡਰੋਜਨ ਕਿੰਨਾ ਹੈਗਾ 1 ਹੈ। ਇੱਥੇ ਕਲੋਰੀਨ ਦੇ ਇੱਥੇ ਕੁਝ ਨਹੀਂ ਲਿਖਿਆ ਹੋਇਆ, ਦੈਟ ਮੀਨਸ 1 ਹੈ ਇਹ। ਠੀਕ ਹੈ। HCl ਦੇ ਕਿੰਨੇ ਮਿਲ ਰਹੇ ਆਪਾਂ ਨੂੰ 2 ਮੋਲੀਕੂਲਸ ਮਿਲ ਰਹੇ ਨੇ, ਤਾਂ 2 ਹੋ ਗਿਆ ਵੋਲੀਅਮ ਇਹ। ਠੀਕ ਹੈ। ਤਾਂ ਇਹਨਾਂ ਦੀ ਰੇਸ਼ੋ ਕੀ ਹੋਗੀ 1:1:2 ਸਿੰਪਲ ਹੋਲ ਨੰਬਰ ਰੇਸ਼ੋ। ਠੀਕ ਹੈ। ਤਾਂ ਇਹ ਸੀਗਾ ਤੁਹਾਡਾ 5th ਲਾਅ ਆਫ ਕੈਮੀਕਲ ਕੰਬੀਨੇਸ਼ਨ। ਤਾਂ ਆਪਾਂ 5 ਲਾਜ਼ ਕੀਤੇ ਨੇ ਜਿਹੜੇ ਆਪਣੇ ਗੈਸਿਸ ਦੇ ਜਿਹੜੇ ਆਪਣੇ ਕੈਮੀਕਲ ਕੰਬੀਨੇਸ਼ਨ ਦੇ ਲਾਜ਼ ਦਿੱਤੇ ਹੋਏ ਨੇ। ਪਹਿਲਾ ਸੀਗਾ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ, ਲਾਅ ਆਫ ਕਾਂਸਟੈਂਟ ਕੰਪੋਜੀਸ਼ਨ, ਲਾਅ ਆਫ ਮਲਟੀਪਲ ਪ੍ਰਪੋਰਸ਼ਨਸ, ਲਾਅ ਆਫ ਰੈਸੀਪ੍ਰੋਕਲ ਪ੍ਰਪੋਰਸ਼ਨ ਤੇ ਗੇਲ-ਯੂਸੈਸ ਲਾਅ ਆਫ ਕੰਬਾਈਨਿੰਗ ਵੋਲੀਅਮਸ। ਠੀਕ ਹੈ। ਇਹਨਾਂ ਲਾਜ਼ ਦੇ ਬੇਸਿਸ ਦੇ ਉੱਤੇ ਤੁਹਾਡੇ ਨਿਊਮੈਰੀਕਲਸ ਦਿੱਤੇ ਹੋਏ ਨੇ। ਠੀਕ ਹੈ। ਪਹਿਲਾਂ ਐਗਜ਼ਾਮਪਲਸ ਨੂੰ ਕਰਨਾ ਤੁਸੀਂ ਉਹ ਜਿਹੜੀਆਂ ਨਿਊਮੈਰੀਕਲਸ ਦਿੱਤੇ ਹੋਏ ਨੇ, ਫਿਰ ਉਹਨਾਂ ਦੇ ਨਾਲ ਦੀ ਐਕਸਰਸਾਈਜ਼ ਵਾਲੇ ਨਿਊਮੈਰੀਕਲਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ। ਕਿਸੇ ਵੀ ਨਿਊਮੈਰੀਕਲ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਮੈਨੂੰ ਪੁੱਛਣਾ। ਇਹ ਨਿਊਮੈਰੀਕਲਸ ਜ਼ਰੂਰ ਸੋਲਵ ਕਰਨੇ ਨੇ ਕਿਉਂਕਿ ਪੇਪਰ ਦੇ ਵਿੱਚ ਨਿਊਮੈਰੀਕਲਸ ਵੀ ਆਉਂਦੇ ਆ ਤੁਹਾਨੂੰ। ਠੀਕ ਹੈ ਜੀ।